गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। सतगुਰਾਂ ने गुरबाणी गुरु विच जो आपां नूं उपदेश बख्शिश कीता है, जदों आपां इस लोक इस संसार दे विच साडा मन आउंदा है, इत्थे आके जदों असीं त्रै गुणां दे विच आ जांदे हां, विचारां दे विच आके साडा मन है जिहड़ा भरम दे विच पै जांदा है। भरम दे विच मन पिया होया फिर एक नूं परमात्मा नूं ध्याउंदा नहीं है। त्रै गुणां दे विच विचारां दे विच भरम ही भरम। मारे फरमाउंदे त्रै गुण भरम भुलाई। हुण इह भरम ऐसा है साडे मन नूं जो पैंदा है, जो सच परमात्मा निरंकार उस नूं असीं विसार दिंदे हां, भुल जांदे हां, ते जो झूठ है भरम, ये भरम नूं सच करके मल लैंदे। मारे फरमाउंदे मालवे क्या कहिए भरम ऐसा, जैसा मानिए होए ना तैसा। हुण भरम दे विच साडा मन पिया होया, ये सच नूं भुल के झूठ नूं सच करके मनदा है। हुण जदों ये झूठ दे नाल जुड़ जांदा है, फिर इधर जिहड़ा ये दुख ही दुख है। विचारां दे विच भरम दे विच दुख है। जे हुण असीं गुरु दी मत लैके इन्हां विचारां सों फुरनियां सों मन नूं रहत कर लईए, जे असीं गुरु दी मत लै लईए तो फिर साडा जिहड़ा मन है ये सुखी हो जाता है। सुखी होने वास्ते फिर सानू गुरु की मत लैनी पैंदी। आपदी मत द्वारा असी सुखी नहीं हो सकते।
ਸਾਡੀ ਜਿਹੜੀ ਮੱਤ, ਸਾਡੀ ਸਿਆਣਪ, ਇਹ ਸਾਨੂੰ ਦੁਖੀ ਤਾਂ ਕਰ ਸਕਦੀ, ਇਸ ਦੁਆਰਾ ਅਸੀਂ ਡੁੱਬ ਤਾਂ ਸਕਦੇ ਭਵ ਸਾਗਰ ਦੇ ਵਿੱਚ, ਪਰ ਤਰ ਨਹੀਂ ਸਕਦੇ। ਇਸ ਲਈ ਮਹਾਰਾਜ ਫਰਮਾਉਂਦੇ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਹੁਣ ਇਸ ਸੰਸਾਰ ਦੇ ਵਿੱਚ ਸੁੱਖ ਤਾਂ ਹਰ ਇੱਕ ਜੀਵ ਭਾਲਦਾ, ਕੋਈ ਵੀ ਜੀਵ ਦੁਖੀ ਨਹੀਂ ਹੋਣਾ ਚਾਹੁੰਦਾ। ਹਰ ਇੱਕ ਜੀਵ ਸੁੱਖ ਹੀ ਮੰਗਦਾ, ਪਰ ਮਹਾਰਾਜ ਸਮਝਾਉਂਦੇ ਵੀ ਇਹ ਸੁਖੀ ਵੀ ਹੋਣਾ ਚਾਹੁੰਦਾ ਹੈ ਤੇ ਆਪਦੀ ਮੱਤ ਵੀ ਛੱਡਣੀ ਨਹੀਂ ਚਾਹੁੰਦਾ, ਆਪਦੀ ਮੱਤ ਦੁਆਰਾ ਸੁਖੀ ਹੋਣਾ ਚਾਹੁੰਦਾ ਹੈ। ਆਪਾਂ ਨੂੰ ਸਮਝਾਉਂਦੇ ਵੀ ਆਪਦੀ ਮੱਤ ਦੁਆਰਾ ਫਿਰ ਜਦੋਂ ਜੀਵ ਸੁਖੀ ਹੋਣਾ ਚਾਹੁੰਦਾ ਉਹ ਸੁੱਖ ਮੰਗਦਾ। ਜਦੋਂ ਮੰਗਦਾ ਸੁੱਖ ਹੈ ਕਿਉਂਕਿ ਭਰਮ 'ਚ ਪਿਆ ਹੋਇਆ, ਜਿਹਨੂੰ ਉਹ ਸੁੱਖ ਸਮਝ ਕੇ ਮੰਗ ਰਿਹਾ, ਉਹਨੂੰ ਇਹ ਨਹੀਂ ਪਤਾ ਵੀ ਮੈਂ ਦੁੱਖ ਹੀ ਇਕੱਠਾ ਕਰ ਰਿਹਾ, ਇਹਦੇ ਤੋਂ ਮੈਨੂੰ ਸੁੱਖ ਨਹੀਂ ਮਿਲਣਾ, ਫਿਰ ਅੱਗੇ ਦੁੱਖ ਹੀ ਪੈਦਾ ਹੋਣਾ। ਇਸ ਲਈ ਐਸਾ ਮੰਗਿਆ ਹੋਇਆ ਸਾਡਾ ਸੁੱਖ, ਸਤਿਗੁਰੂ ਕਹਿੰਦੇ ਇਹ ਸਾਨੂੰ ਭਾਉਂਦਾ ਨਹੀਂ ਹੈ। ਮਹਾਰਾਜ ਫਰਮਾਉਂਦੇ, ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੂ ਨਾ ਮੰਗਿਆ ਭਾਵੇ। ਹੁਣ ਸੰਸਾਰ ਦੇ ਵਿੱਚ ਲੱਭਦੇ ਤਾਂ ਸਾਰੇ ਸੁੱਖ ਨੇ, ਮੰਗਦੇ ਵੀ ਸੁੱਖ ਨੇ, ਪਰ ਜਿਹੜਾ ਮਨਮੁਖ ਜੀਵ ਜਿਹਨੇ ਗੁਰੂ ਦੀ ਮੱਤ ਨਹੀਂ ਲਈ, ਉਹਨੂੰ ਇਹ ਨਹੀਂ ਪਤਾ ਵੀ ਜਿਹਨੂੰ ਮੈਂ ਸੁੱਖ ਸਮਝ ਕੇ ਮੰਗ ਰਹੀ, ਉਹੀਓ ਮੇਰੇ ਲਈ ਅੱਗੇ ਜਾ ਕੇ ਦੁੱਖ ਦਾ ਕਾਰਨ ਬਣ ਜਾਏਗਾ। ਮਹਾਰਾਜ ਫਰਮਾਉਂਦੇ, ਸੁਖ ਕੋ ਮੰਗੇ ਸਭ ਕੋਈ, ਦੁੱਖ ਨ ਮੰਗੇ ਕੋਈ, ਸੁਖੇ ਕੋ ਦੁੱਖ ਅਗਲਾ, ਮਨਮੁਖ ਬੁਝ ਨਾ ਹੋਈ। ਬਈ ਮਨਮੁਖ ਜੀਵ ਨੂੰ ਨਾ ਸੋਝੀ ਨਾ ਭੇਦ ਹੋਣ ਕਰਕੇ ਉਹ ਜਿਸ ਨੂੰ ਸੁੱਖ ਸਮਝ ਕੇ ਮੰਗਦਾ ਹੈ, ਉਹੀ ਉਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ। ਹੁਣ ਇਹੀਓ ਕਾਰਨ ਹੈ ਸੰਸਾਰ ਦੇ ਵਿੱਚ ਜੀਵ ਦੁੱਖ ਤਾਂ ਕੋਈ ਨਹੀਂ ਮੰਗਦਾ, ਸਭ ਸੁੱਖ ਮੰਗਦੇ ਨੇ, ਪਰ ਫਿਰ ਵੀ ਸੱਚੇ ਪਾਤਸ਼ਾਹ ਕਹਿੰਦੇ ਹੈ ਸਾਰੇ ਦੁਖੀ। ਫਰਮਾਉਂਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਬਈ ਸਾਰਾ ਜਿਹੜਾ ਇਹ ਸੰਸਾਰ ਇਹ ਦੁਖੀ, ਮੰਗਦੇ ਸੁੱਖ ਨੇ, ਹੈ ਦੁਖੀ ਨੇ। ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਦੁਖੀ ਕਿਉਂ ਨੇ, ਕਿਉਂਕਿ ਇਹ ਕਹਿੰਦੇ ਨਾਮ ਨੂੰ ਭੁੱਲੇ ਹੋਏ ਨੇ, ਨਾਮ ਤੋਂ ਟੁੱਟੇ ਹੋਏ। ਨਾਮ ਨੂੰ ਵਿਸਾਰ ਕੇ ਸੰਸਾਰ ਦੇ ਵਿੱਚੋਂ ਸੁੱਖ ਲੱਭਦੇ, ਤੇ ਸਤਿਗੁਰੂ ਕਹਿੰਦੇ ਵੀ ਅਸੀਂ ਸਾਰਾ ਜਗਤ ਦੇਖਿਆ, ਨਾਮ ਤੋਂ ਬਿਨਾ ਕਿਤੇ ਵੀ ਸੁੱਖ ਨਹੀਂ ਹੈ। ਫਰਮਾਉਂਦੇ ਨੇ, ਡਿਠਾ ਸਭ ਸੰਸਾਰ, ਸੁੱਖ ਨ ਨਾਮ ਬਿਨ, ਤਨ ਧਨ ਹੋਸ਼ੀ ਸ਼ਾਰ, ਜਾਣੇ ਕੋਈ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਬਈ ਇਹ ਸੰਸਾਰ ਦੇ ਵਿੱਚ ਨਾਮ ਤੋਂ ਬਿਨਾ ਹੋਰ ਕਿਤੇ ਵੀ ਸੁੱਖ ਨਹੀਂ ਹੈ। ਜਿੱਥੇ ਜੀਵ ਮਰਜ਼ੀ ਚਲਾ ਜਾਵੇ, ਜਿੰਨਾ ਮਰਜ਼ੀ ਧਨ ਦੌਲਤ ਇਕੱਠੀ ਕਰ ਲਵੇ, ਜਿੰਨੇ ਮਰਜ਼ੀ ਸੰਸਾਰ ਦੇ ਰੰਗ ਤਮਾਸ਼ੇ ਦੇਖ ਲਵੇ, ਜਿਹੜਾ ਸੁੱਖ ਹੈ ਉਹਦੇ ਮਨ ਨੂੰ ਸੁੱਖ ਨਹੀਂ ਮਿਲਦਾ, ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਫਰਮਾਉਂਦੇ ਨੇ, ਸੁੱਖ ਨਾ ਹੀ ਬਹੁਤਾ ਧਨ ਖਾਟੀ, ਸੁੱਖ ਨਾ ਹੀ ਪੇਖੇ ਨਿਤ ਨਾਟੀ, ਸੁੱਖ ਨਾ ਹੀ ਬਹੁਦੇਸ਼ ਕਮਾਈ, ਸਰਬ ਸੁੱਖਾਂ ਹਰ ਹਰ ਗੁਣ ਗਾਈ। ਮਾਰੇ ਕਹਿੰਦੇ ਵੀ ਜਿੰਨਾ ਮਰਜ਼ੀ ਜੀਵ ਧਨ ਇਕੱਠਾ ਕਰ ਲਵੇ ਤਾਂ ਸੁੱਖ ਨਹੀਂ, ਜਿੰਨਾ ਮਰਜ਼ੀ ਸੰਸਾਰ ਦੇ ਵਿੱਚ ਰੰਗ ਤਮਾਸ਼ੇ ਦੇਖ ਲਵੇ ਇਹਨਾਂ ਨੇਤਰਾਂ ਦੁਆਰਾ, ਤਾਂ ਇਹਨਾਂ ਅੱਖਾਂ ਨੂੰ ਸਬਰ ਸੰਤੋਖ ਨਹੀਂ ਆਉਂਦਾ, ਇਹ ਰੱਜਦੀਆਂ ਨਹੀਂ, ਰਸਨਾ ਦੀ ਜਿਹੜੀ ਹੋਈ ਦੀ ਤ੍ਰਿਪਤੀ ਨਹੀਂ ਹੁੰਦੀ ਹੈ।
ਇਸ ਲਈ ਫਿਰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਨਾਲ ਕਿਸੇ ਵੀ ਜੀਵ ਦੀ ਜਿਹੜੀ ਤ੍ਰਿਸ਼ਨਾ ਨਾ ਤਾਂ ਕਦੇ ਬੁਝੀ ਹੈ ਤੇ ਨਾ ਹੀ ਬੁਝਣੀ। ਮਹਾਰਾਜ ਫਰਮਾਉਂਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਹੀਂ ਹੋ ਰੇ, ਪਰੇ ਪਰੇ ਕੀ ਹੀ ਲੁਝੀ ਹੈ। ਸੱਚੇ ਪਾਤਸ਼ਾਹ ਦੱਸਦੇ ਵੀ ਜਿਹੜੀ ਤ੍ਰਿਸ਼ਨਾ ਹੈ ਉਹ ਵਿਰਲੇ ਜੀਵਾਂ ਦੀ ਬੁਝਦੀ, ਨਹੀਂ ਤਾਂ ਇਹ ਬੁਝਦੀ ਨਹੀਂ ਹੈ। ਇਹ ਜਿਹੜੇ ਨੇਤਰ ਨੇ, ਨੇਤਰਾਂ ਨੂੰ ਦੇਖਣ ਦੀ ਤ੍ਰਿਸ਼ਨਾ, ਕੰਨਾਂ ਨੂੰ ਸੁਣਨ ਦੀ ਤ੍ਰਿਸ਼ਨਾ, ਰਸਨਾ ਨੂੰ ਬਾਹਰੀ ਸਵਾਦਾਂ ਦੀ ਤ੍ਰਿਸ਼ਨਾ, ਇਹ ਜਿਹੜੀ ਤ੍ਰਿਸ਼ਨਾ ਜੀਵ ਦੀ ਇਹ ਖਤਮ ਹੁੰਦੀ ਨਹੀਂ ਨਾਮ ਤੋਂ ਬਿਨਾਂ। ਇਸ ਲਈ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆਖਣ ਆਖ ਨ ਰੱਜਿਆ, ਸੁਣ ਨ ਰੱਜੇ ਕੰਨ, ਅੱਖੀਂ ਵੇਖ ਨ ਰਚੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨ ਉਤਰੇ, ਗੱਲੀਂ ਭੁੱਖ ਨ ਜਾਈ। ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕਹਿ ਗੁਣੀ ਸਮਾਈ। ਸੱਚੇ ਪਾਤਸ਼ਾਹ ਕਹਿੰਦੇ ਵੀ ਜੀਵ ਦੀ ਜਿਹੜੀ ਤ੍ਰਿਸ਼ਨਾ ਹੈ ਬੁਝਦੀ ਨਹੀਂ, ਅੱਖਾਂ ਦੀ ਨਹੀਂ ਬੁਝਦੀ, ਕੰਨਾਂ ਦੀ ਨਹੀਂ ਬੁਝਦੀ, ਰਸਨਾ ਦੀ ਨਹੀਂ ਬੁਝਦੀ। ਮਨ ਹੈ ਜਿਹੜਾ ਭੁੱਖਾ ਹੈ ਤੇ ਗੱਲਾਂ ਬਾਤਾਂ ਦੇ ਨਾਲ ਇਹਦੀ ਭੁੱਖ ਜਾਂਦੀ ਨਹੀਂ ਹੈ। ਭੁੱਖ ਜਾਵੇ ਕਿਵੇਂ? ਕਹਿੰਦੇ ਜੇ ਪਰਮਾਤਮਾ ਦੇ ਗੁਣ ਗਾਵੇ, ਉਹਦੇ ਗੁਣ ਗਾ ਗਾ ਕੇ ਉਹਦੇ ਵਿੱਚ ਸਮਾਵੇ ਤੇ ਫਿਰ ਇਹਦੀ ਭੁੱਖ ਹੈ ਜਿਹੜੀ ਇਹ ਭੁੱਖ ਲੱਥੀ। ਇਸ ਲਈ ਸਤਿਗੁਰੂ ਫਿਰ ਦੱਸਦੇ ਬਈ ਇਹ ਜਿਹੜੇ ਨੇਤਰ ਨੇ ਜੀਵ ਦੇ ਸਾਥ ਤਾਂ ਛੱਡ ਜਾਂਦੇ, ਪਰ ਫਿਰ ਵੀ ਜਿਹੜੀ ਤ੍ਰਿਸ਼ਨਾ ਹੈ ਉਹ ਨਹੀਂ ਬੁਝਦੀ ਹੈ। ਕੰਨ ਨੇ ਜਿਹੜੇ ਕੰਨਾਂ ਤੋਂ ਸੁਣਨਾ ਤਾਂ ਬੰਦ ਹੋ ਜਾਂਦਾ, ਪਰ ਅੰਦਰ ਜਿਹੜੀ ਤ੍ਰਿਸ਼ਨਾ ਉਵੇਂ ਹੀ ਬਰਬਲ ਰਹਿੰਦੀ। ਇਸ ਲਈ ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਅੰਦਰ ਮਾਇਆ ਹੈ ਉਹ ਨਹੀਂ ਥੱਕਦੀ। ਸਰੀਰ ਹੈ ਜਿਹੜਾ, ਇਹ ਸਰੀਰ ਥੱਕ ਜਾਂਦਾ, ਇਹ ਬੁੱਢਾ ਹੋ ਜਾਂਦਾ। ਮਾਰੇ ਕਹਿੰਦੇ ਆਖਣ ਵੀ ਇਹ ਜਿਹੜਾ ਰਸਨਾ ਸੀ ਇਹ ਨਹੀਂ ਰੱਜੀ, ਕੰਨ ਸੀ ਜਿਹੜੇ ਕੰਨ ਨਹੀਂ ਰੱਜੇ, ਇਹਨਾਂ ਦੀ ਤ੍ਰਿਪਤੀ ਨਾ ਹੋਈ। ਐਸੀ ਅਵਸਥਾ ਦੇ ਵਿੱਚ ਫਿਰ ਸਤਿਗੁਰੂ ਸਮਝਾਉਂਦੇ, ਕਹਿੰਦੇ ਥਾਕੇ ਨੈਣ ਸਰਬਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸੰਮਤ ਥਾਕੀ, ਏਕ ਨ ਥਾਕ ਸਮਾਇਆ। ਬਾਵਰੇ ਤੇ ਗਿਆਨ ਵਿਚਾਰ ਨ ਪਾਇਆ, ਵਿਅਰਥ ਜਨਮ ਗਵਾਇਆ। ਸਤਿਗੁਰੂ ਕਹਿੰਦੇ ਵੀ ਇਹ ਤ੍ਰਿਸ਼ਨਾ ਜੀਵ ਦੀ ਬੁਝੀ ਨਹੀਂ। ਉਹਦਾ ਜਿਹੜਾ ਸਰੀਰ ਸੀ ਇਹ ਤਾਂ ਥੱਕ ਗਿਆ, ਅੱਖਾਂ ਸੀ ਜਿਹੜੀਆਂ ਇਹਨਾਂ ਤੋਂ ਦਿਸਣਾ ਬੰਦ ਹੋ ਗਿਆ, ਘਟ ਗਿਆ। ਕੰਨ ਸੀ, ਕੰਨਾਂ ਤੋਂ ਜਿਵੇਂ ਆਪਾਂ ਕਹਿ ਦਿੰਦੇ ਵੀ ਉੱਚਾ ਸੁਣਨ ਲੱਗ ਗਿਆ। ਰਸਨਾ ਸੀ ਜਿਹੜੀ ਕੰਠ 'ਚੋਂ ਆਵਾਜ਼ ਨਿਕਲਣੋਂ ਬੰਦ ਹੋ ਗਈ। ਪਰ ਜਿਹੜੀ ਮਾਇਆ ਅੰਦਰ ਉਹ ਬਈ ਪਰਬਲ ਹੈ, ਵਿਚਾਰ ਨੇ ਜਿਹੜੇ ਉਹ ਹੋਰ ਵੱਧ ਗਏ। ਸਤਿਗੁਰੂ ਕਹਿੰਦੇ ਵੀ ਐਸੀ ਅਵਸਥਾ ਕਿਉਂ ਜੀਵ ਦੀ ਹੋ ਜਾਂਦੀ? ਕਿਉਂਕਿ ਜਦੋਂ ਉਹਦੇ ਕੋਲ ਸਮਾਂ ਸੀ ਉਹਨੇ ਸਤ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਗਿਆ, ਤੇ ਉਹਨੇ ਜਿਹੜਾ ਗਿਆਨ ਰਤਨ ਸੀ ਇਹ ਲਿਆ ਨਹੀਂ, ਤੇ ਆਪਦਾ ਜਿਹੜਾ ਜੀਵਨ ਸੀ ਗਿਆਨ ਤੋਂ ਬਿਨਾਂ ਸਤਿਗੁਰੂ ਕਹਿੰਦੇ ਵਿਅਰਥ ਹੀ ਸਾਰਾ ਖਰਾਬ ਕਰ ਲਿਆ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਜਦੋਂ ਹੁਣ ਆਪਾਂ ਇਸ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਵੀ ਇਹ ਜਿਹੜਾ ਗਿਆਨ ਸਤਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ, ਇਸ ਨੂੰ ਰਤਨ ਆਖੀਏ। ਇਹ ਗਿਆਨ ਵੀ ਸਾਨੂੰ ਗੱਲਾਂ ਬਾਤਾਂ ਨਾਲ ਨਹੀਂ ਮਿਲਦਾ, ਇਹਦੇ ਵਾਸਤੇ ਵੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ। ਆਪਾਂ ਸਿਮਰਨ ਕਰਦੇ ਹਾਂ, ਸ਼ਬਦ ਦੀ ਕਮਾਈ ਕਰਦੇ ਹਾਂ। ਮਹਾਰਾਜ ਫਰਮਾਉਂਦੇ ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ। ਵੀ ਇਹ ਜਿਹੜਾ ਗਿਆਨ ਹੈ ਰਤਨ ਹੈ। ਜੇ ਗਿਆਨ ਸਾਨੂੰ ਹੋ ਜਾਏਗਾ ਤੇ ਇਹ ਗਿਆਨ ਹੋਣ ਦੇ ਨਾਲ ਹੀ ਸਾਡਾ ਜਿਹੜਾ ਮਨ ਹੈ ਉਹ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ।
ਫਿਰ ਜੋ ਆਪਾਂ ਦੇਖਦੇ ਸੰਸਾਰ ਦੇ ਵਿੱਚ, ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ, ਦੁਰਮਤ ਦੀ ਅਗਨ ਦੇ ਵਿੱਚ ਸਾਰਾ ਜਗਤ ਸੜਦਾ ਪਿਆ ਹੈ। ਮਹਾਰਾਜ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾ ਰਹੀ, ਕਿ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸੜ ਰਹੀ ਹੈ। ਹੁਣ ਜੇ ਆਪਾਂ ਨੂੰ ਗਿਆਨ ਹੋ ਜਾਏਗਾ, ਫਿਰ ਇਹ ਅਗਨ ਸਾਡੇ ਮਨ ਨੂੰ ਸਾੜਦੀ ਨਹੀਂ, ਫਿਰ ਇਹ ਪਾਣੀ ਵਰਗੀ ਠੰਡੀ ਲੱਗਦੀ। ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਬ੍ਰਹਮ ਦਾ, ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ। ਮਹਾਰਾਜ ਫਰਮਾਉਂਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਹੁਣ ਇਹ ਜਿਹੜਾ ਗਿਆਨ ਆਪਾਂ ਲੈਂਦੇ ਸਤਿਗੁਰਾਂ ਤੋਂ, ਇਹ ਕਿਸੇ ਹੋਰ ਵਾਸਤੇ ਨਹੀਂ, ਅਸੀਂ ਆਪਦੇ ਵਾਸਤੇ ਲੈਣਾ, ਆਪਣੇ ਮਨ ਵਾਸਤੇ ਹੈ, ਸਾਡੇ ਮਨ ਨੂੰ ਸਮਝਾਉਣ ਵਾਸਤੇ। ਮਹਾਰਾਜ ਕਹਿੰਦੇ ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ, ਬਈ ਮਨ ਨੂੰ ਸਮਝਾਉਣ ਵਾਸਤੇ ਅਸੀਂ ਗਿਆਨ ਲੈਣਾ ਹੈ, ਸੋਝੀ ਲੈਣੀ ਹੈ। ਆਪਣਾ ਜਿਹੜਾ ਮਨ ਹੈ ਇਹ ਦੋ ਤਰੀਕਿਆਂ ਦੇ ਨਾਲ ਵਸ ਵਿੱਚ ਆਉਂਦਾ ਹੈ, ਘਰ ਦੇ ਵਿੱਚ ਵਾਪਸ ਜਾਂਦਾ ਹੈ। ਇੱਕ ਜਿਹੜਾ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ, ਤੇ ਨਾਲ ਨਾਲ ਜੋ ਇਹ ਆਪਾਂ ਗਿਆਨ ਲੈਂਦੇ ਹਾਂ ਗੁਰੂ ਦੀ ਮੱਤ। ਮਹਾਰਾਜ ਫਰਮਾਉਂਦੇ ਮਨੁਆ ਕਿਉਂ ਕਰ ਵਾਸਾ ਵੀ, ਗੁਰ ਪ੍ਰਸਾਦੀ ਠਾਕੀਐ, ਗਿਆਨ ਮਤੀ ਕਰ ਆਵੇ। ਗਿਆਨ ਦੀ ਮੱਤ ਦੁਆਰਾ ਅਸੀਂ ਮਨ ਨੂੰ ਘਰੇ ਲਿਜਾ ਸਕਦੇ ਹਾਂ। ਜਿਵੇਂ ਹੁਣ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਤੁਸੀਂ ਨਿੱਜ ਮਹਿਲ 'ਚ ਆਓ, ਥਿਰ ਘਰ ਦੇ ਵਿੱਚ ਬੈਠੋ। ਥਿਰ ਘਰ ਦੇ ਵਿੱਚ ਉਦੋਂ ਸਾਡਾ ਮਨ ਬੈਠਦਾ ਜਦੋਂ ਇਹਨੂੰ ਗਿਆਨ ਹੁੰਦਾ ਥਿਰ ਘਰ ਦਾ। ਜਦ ਤੱਕ ਇਹਨੂੰ ਗਿਆਨ ਨਹੀਂ, ਸੋਝੀ ਨਹੀਂ, ਉਹਨਾਂ ਸਮੇਂ ਥਿਰ ਘਰ ਦੇ ਵਿੱਚ ਬੈਠ ਨਹੀਂ ਸਕਦਾ। ਇਸ ਵਾਸਤੇ ਜਦੋਂ ਫਿਰ ਆਪਾਂ ਨੂੰ ਇਹ ਸਤ ਸੰਗਤ ਮਿਲਦੀ ਹੈ, ਆਪਾਂ ਨੂੰ ਸਤਿਗੁਰ ਸੋਝੀ ਦਿੰਦੇ, ਗਿਆਨ ਦਿੰਦੇ, ਫਿਰ ਆਪਣਾ ਮਨ ਹੈ ਜਿਹੜਾ ਥਿਰ ਘਰ ਦਾ ਵਾਸੀ ਹੋ ਜਾਂਦਾ, ਫਿਰ ਇਹ ਉੱਥੇ ਬੈਠਦਾ ਹੈ। ਮਹਾਰਾਜ ਫਰਮਾਉਂਦੇ ਨਦਰ ਪ੍ਰਭੂ ਸਤ ਸੰਗਤ ਪਾਈ, ਤਾਂ ਨਿਜ ਘਰ ਹੋਆ ਵਾਸਾ। ਆਪਾਂ ਨੂੰ ਦੱਸਦੇ ਵੀ ਕਦੋਂ ਵਾਸਾ ਹੋਇਆ ਨਿਜ ਘਰ, ਜਦੋਂ ਮਾਲਕ ਦੀ ਨਜ਼ਰ ਹੋਈ ਤੇ ਸਤ ਸੰਗਤ ਮਿਲੀ। ਸਤ ਸੰਗਤ ਦੇ ਵਿੱਚ ਆ ਕੇ ਗਿਆਨ ਹੋਇਆ, ਸੋਝੀ ਹੋਈ, ਫਿਰ ਮਨ ਸੀ ਜਿਹੜਾ ਉਹ ਫਿਰ ਘਰ ਦੇ ਵਿੱਚ ਬੈਠਾ, ਜਿਹਦੇ ਵਿੱਚ ਹੁਣ ਆਪਾਂ ਪੜ੍ਹਦੇ ਰੋਜ਼ ਹਾਂ ਵੀ ਜੇ ਅਸੀਂ ਸਿਰ ਘਰ ਬੈਠ ਜਾਈਏ ਤੇ ਸਤਿਗੁਰ ਸਾਡੇ ਸਾਰੇ ਕਾਰਜ ਸਵਾਰ ਦਿੰਦਾ ਹੈ। ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੀ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੀ। ਆਪਾਂ ਨੂੰ ਕਹਿੰਦੇ ਵੀ ਤੁਹਾਡੀ ਪੈਜ ਵੀ ਰੱਖ ਲਾਂਗਾ, ਇਹਨਾਂ ਪੰਜਾਂ ਦੂਤਾਂ ਨੂੰ ਵੀ ਮਾਰ ਦਾਂਗਾ, ਤੁਸੀਂ ਥਿਰ ਘਰ ਬੈਠੋ ਤੇ ਤੁਹਾਡੇ ਕਾਰਜ ਵੀ ਸਾਰੇ ਮੈਂ ਆਪ ਕਰ ਦਾਂਗਾ। ਹੁਣ ਥਿਰ ਘਰ ਦੇ ਵਿੱਚ ਜਿਹਨੇ ਬੈਠਣਾ ਮਨ ਨਹੀਂ, ਜੇ ਉਹ ਵਿਚਾਰਾਂ 'ਚ ਭੱਜਿਆ ਫਿਰਦਾ ਫੁਰਨਿਆਂ ਦੇ ਵਿੱਚ, ਅਸੀਂ ਚਿੰਤਾ ਕਰੀ ਜਾਂਦੇ ਹਾਂ, ਅਸੀਂ ਫਿਕਰ ਕਰੀ ਜਾਂਦੇ ਹਾਂ, ਫਿਰ ਥਿਰ ਘਰ 'ਚ ਤਾਂ ਬੈਠੇ ਨਹੀਂ। ਜਿਹਨੇ ਥਿਰ ਘਰ 'ਚ ਬੈਠਣਾ ਮਨ ਨਹੀਂ, ਉਹ ਤਾਂ ਵਿਚਾਰਾਂ 'ਚ, ਉਹ ਤਾਂ ਫਿਕਰਾਂ 'ਚ ਪਿਆ ਹੋਇਆ, ਉਹ ਚਿੰਤਾ 'ਚ ਪਿਆ ਹੋਇਆ, ਜੇ ਉਹ ਦੌਦਾ 'ਚ ਪਿਆ, ਵੈਰ ਵਿਰੋਧ 'ਚ ਪਿਆ ਹੋਇਆ, ਸੈਂਸੇ ਫਿਕਰਾਂ ਦੇ ਵਿੱਚ ਪਿਆ ਹੈ, ਫਿਰ ਉਹ ਥਿਰ ਘਰ 'ਚ ਥੋੜ੍ਹੀ ਬੈਠੇਗਾ। ਇਸ ਵਾਸਤੇ ਫਿਰ ਆਪਾਂ ਨੂੰ ਪਹਿਲਾਂ ਗਿਆਨ ਦਿੰਦੇ ਵੀ ਜੇ ਤੁਸੀਂ ਥਿਰ ਘਰ ਬੈਠਣਾ, ਫਿਰ ਕਿਸੇ ਕਿਸਮ ਦੀ ਚਿੰਤਾ ਨਾ ਕਰੋ, ਚਿੰਤਾ ਛੋੜ ਅਚਿੰਤ ਰੱਖੋ। ਜੇ ਅਸੀਂ ਚਿੰਤਾ ਕਰਾਂਗੇ ਤੇ ਥਿਰ ਘਰ 'ਚ ਨਹੀਂ ਬੈਠ ਸਕਦੇ, ਉਹ ਚਿੰਤਾ ਦੀ ਸਾਡੇ ਮਨ 'ਤੇ ਮੈਲ ਲੱਗ ਜਾਏਗੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਚਿੰਤਾ ਜਿਹੜੀ ਉਹ ਮਾਲਕ ਨੂੰ ਆ ਸਭ ਦੀ। ਹੁਣ ਜੀਵ ਚਿੰਤਾ ਕਰਦਾ ਉਹਦੇ ਬੱਚਿਆਂ ਦੀ, ਪਰਿਵਾਰ ਦੀ, ਵੀ ਮੇਰੇ ਬੱਚੇ ਨੇ, ਮੇਰਾ ਪਰਿਵਾਰ ਹੈ, ਇਹਦੀ ਮੈਂ ਕਿਵੇਂ ਪਾਲਣਾ ਪੋਸ਼ਣਾ ਕਰਾਂ, ਹੋਰ ਕਿੰਨੇ ਕਿਸਮ ਦੀਆਂ ਚਿੰਤਾ ਫਿਕਰ ਕਰਦਾ ਹੈ। ਆਪਾਂ ਨੂੰ ਸਮਝਾਉਂਦੇ ਵੀ ਬੱਚੇ ਨੇ ਜਿਹੜੇ,
ਉਹ ਸਾਰੇ ਮਾਲਕ ਦੇ ਨੇ, ਪਰਮਾਤਮਾ ਦੇ। ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਸਭ ਦੀ ਚਿੰਤਾ ਹੈ, ਉਹਦੀ ਤਾਂ ਸਾਰੇ ਬੱਚੇ ਨੇ। ਮਹਾਰਾਜ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਿਨਾ ਪਾਇਆ ਜੱਗ। ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਚਿੰਤਾ ਹੈ, ਸਾਰੇ ਉਹਦੇ ਬੱਚੇ ਹੀ ਨੇ। ਇਹ ਹੁਣ ਭੇਦ ਸਾਨੂੰ ਉਦੋਂ ਆਉਂਦਾ ਜਦੋਂ ਸਾਨੂੰ ਗਿਆਨ ਹੁੰਦਾ, ਫਿਰ ਅਸੀਂ ਚਿੰਤਾ ਛੱਡਦੇ ਹਾਂ, ਫਿਰ ਅਸੀਂ ਫਿਕਰ ਛੱਡਦੇ ਹਾਂ। ਨਹੀਂ ਤਾਂ ਇਹ ਚਿੰਤਾ ਫਿਕਰ ਅਸੀਂ ਕਰੀ ਜਾਂਦੇ ਹਾਂ, ਅਤੇ ਇਹਨਾਂ ਚਿੰਤਾ ਫਿਕਰਾਂ ਦੇ ਵਿੱਚ ਹੀ, ਸਹਿੰਸਿਆਂ ਦੇ ਵਿੱਚ ਹੀ ਸਾਡਾ ਜਿਹੜਾ ਮਨ ਹੈ ਉਹ ਮੈਲਾ ਹੋ ਜਾਂਦਾ। ਮਹਾਰਾਜ ਕਹਿੰਦੇ ਸਹਿੰਸੇ ਜੀਓ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ। ਵੀ ਇਹ ਸਹਿੰਸਿਆਂ ਕਰਕੇ ਤਾਂ ਮਨ ਮੈਲਾ ਹੋ ਗਿਆ। ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਚਿੰਤਾ ਕਰਨੀ ਹੈ, ਰਹਿ ਨਹੀਂ ਸਕਦੇ। ਜਿਵੇਂ ਹੁਣ ਆਮ ਜੀਵ ਕਹਿ ਦਿੰਦਾ ਚਿੰਤਾ ਨਾ ਵੀ ਕਰੀਏ ਫਿਰ ਵੀ ਹੋ ਜਾਂਦੀ ਹੈ, ਕਰਨੀ ਨਹੀਂ ਵੀ ਚਾਹੁੰਦੇ ਤਾਂ ਵੀ ਹੋ ਜਾਂਦੀ ਚਿੰਤਾ। ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਚਲੋ ਜੇ ਤੁਸੀਂ ਚਿੰਤਾ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, ਫਿਰ ਜੇ ਚਿੰਤਾ ਕਰਨੀ ਤਾਂ ਆਪਦੇ ਅਸਲ ਘਰ ਦੀ ਕਰੋ। ਵੀ ਜਦੋਂ ਅਸੀਂ ਇਹ ਸਰੀਰ ਛੱਡਾਂਗੇ, ਅਸੀਂ ਮਰਾਂਗੇ, ਅਸੀਂ ਜਾਵਾਂਗੇ ਕਿੱਥੇ? ਇਹ ਤਾਂ ਸਾਨੂੰ ਪਤਾ ਹੈ ਵੀ ਸਾਰੇ ਸੰਸਾਰ ਦੇ ਵਿੱਚ ਜੀਵ ਸਾਡੇ ਸਾਹਮਣੇ ਜਾ ਰਹੇ ਨੇ, ਵੀ ਇੱਕ ਦਿਨ ਆਪਣੀ ਵੀ ਵਾਰੀ ਆਉਣੀ। ਅਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਜੇ ਚਿੰਤਾ ਫਿਕਰ ਕਰਨਾ ਹੀ ਹੈ, ਨਹੀਂ ਰਹਿ ਸਕਦੇ, ਫਿਰ ਚਿੰਤਾ ਫਿਕਰ ਇਹ ਕਰੋ ਵੀ ਅਸੀਂ ਦੇਹ ਛੱਡਣ ਤੋਂ ਮਗਰੋਂ ਜਾਵਾਂਗੇ ਕਿੱਥੇ? ਜਿਹੜਾ ਸਾਡਾ ਅਸਲ ਘਰ ਹੈ, ਜਿੱਥੇ ਅਸੀਂ ਇਹ ਦੇਹ ਛੱਡਣ ਤੋਂ ਮਗਰੋਂ ਵਸਣਾ ਹੈ, ਅਸੀਂ ਉਹ ਘਰ ਦੇਖਿਆ ਨਹੀਂ, ਉਹਦੀ ਚਿੰਤਾ ਕਰਨੀ ਵੀ ਅਸੀਂ ਉਹ ਘਰ ਦੇ ਦਰਸ਼ਨ ਤਾਂ ਕਰ ਲਈਏ। ਇਹ ਨਾ ਹੋਵੇ ਵੀ ਅਸੀਂ ਉਹ ਘਰ ਦੇ ਦਰਸ਼ਨ ਹੀ ਨਾ ਕੀਤੇ ਹੁਣ ਅਤੇ ਸਾਡਾ ਇੱਧਰ ਸਮਾਂ ਖਤਮ ਹੋ ਜਾਏ। ਮਹਾਰਾਜ ਕਹਿੰਦੇ ਵੀ ਜਿਹੜਾ ਘਰ ਅਸੀਂ ਛੱਡ ਜਾਣਾ ਹੈ, ਰੋਜ਼ ਦੀ ਰੋਜ਼ ਛੱਡ ਜਾਂਦੇ ਹਾਂ। ਇਹ ਸਰੀਰ ਨੂੰ ਵੀ ਘਰ ਕਹਿੰਦੇ, ਇਹ ਰੋਜ਼ ਆਪਾਂ ਖਾਲੀ ਕਰ ਜਾਂਦੇ ਹਾਂ। ਰਾਤ ਹੁੰਦੀ ਹੈ ਅਤੇ ਇਹਨੂੰ ਛੱਡ ਕੇ ਚਲੇ ਜਾਂਦੇ। ਅਤੇ ਇਹਦੇ ਵਾਸਤੇ ਜੀਵ ਕਿੰਨੀਆਂ ਸੋਚਾਂ ਸੋਚਦਾ, ਕਿੰਨੀਆਂ ਘਾੜਤਾਂ ਕਰਦਾ ਹੈ ਵੀ ਇਹਦੇ ਵਾਸਤੇ ਕਿਵੇਂ ਮੈਂ ਕੰਮ ਕਰਾਂ, ਵੱਧ ਤੋਂ ਵੱਧ ਕਾਰੋਬਾਰ ਕਰਾਂ, ਕਿਵੇਂ ਇਹਦੀ ਪਾਲਣਾ ਪੋਸ਼ਣਾ ਕਰਾਂ, ਕਿਵੇਂ ਇਹਨੂੰ ਸੋਹਣਾ ਬਣਾਵਾਂ, ਕਿੰਨਾ ਇਹਦੀ ਦੇਖ ਰੇਖ ਕਰਦਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਘਰ ਅਸੀਂ ਛੱਡ ਜਾਣਾ ਉਹਦੀ ਤੁਸੀਂ ਦਿਨ ਰਾਤ ਚਿੰਤਾ ਕਰਦੇ ਹੋ, ਅਤੇ ਜਿਹੜੇ ਘਰ 'ਚ ਤੁਸੀਂ ਸਦਾ ਵਸਣਾ ਉਹ ਘਰ ਦੀ ਚਿੰਤਾ ਫਿਕਰ ਤੁਸੀਂ ਕਰਦੇ ਨਹੀਂ। ਰਮਾਉਂਦੇ ਨੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਜੇ ਚਿੰਤਾ ਕਰਨੀ ਤਾਂ ਉਸ ਘਰ ਦੀ ਕਰੋ, ਵੀ ਜਿਹੜਾ ਘਰ ਅਸੀਂ ਕਦੇ ਦੇਖਿਆ ਨਹੀਂ ਜੀ, ਅਸੀਂ ਵੀ ਉਹ ਦੇਖ ਲਈਏ। ਵੀ ਅਸੀਂ ਮਰਨ ਤੋਂ ਬਾਅਦ ਜਾਣਾ ਕਿੱਥੇ ਆ, ਉਹ ਘਰ ਲੱਭ ਲਈਏ। ਅਤੇ ਆਪਾਂ ਨੂੰ ਕਹਿੰਦੇ ਫਿਰ ਉਹ ਚਿੰਤਾ ਕਰੋ, ਉਹ ਫਿਕਰ ਕਰੋ। ਜੇ ਚਿੰਤਾ ਤੋਂ ਬਿਨਾਂ ਰਹਿ ਨਹੀਂ ਸਕਦੇ ਤਾਂ ਇਹ ਚਿੰਤਾ ਕਰੋ ਵੀ ਸਾਡਾ ਜਿਹੜਾ ਮਾਤਾ ਪਿਤਾ ਵਾਹਿਗੁਰੂ ਨਿਰੰਕਾਰ, ਜਿਹਨੇ ਸਾਨੂੰ ਪੈਦਾ ਕੀਤਾ, ਅਸੀਂ ਉਹਨੂੰ ਹਜੇ ਤੱਕ ਮਿਲੇ ਕਿਉਂ ਨਹੀਂ? ਅਸੀਂ ਉਹਦੇ ਦਰਸ਼ਨ ਹੀ ਨਹੀਂ ਕੀਤੇ, ਅਤੇ ਉਹਦੇ ਦਰਸ਼ਨਾਂ ਦੀ ਸਾਡੇ ਅੰਦਰ ਪਿਆਸ ਹੀ ਕਿਉਂ ਨਹੀਂ ਲੱਗੀ? ਸਾਡੇ ਅੰਦਰ ਇਹ ਕਦੇ ਭੁੱਖ ਕਿਉਂ ਨਹੀਂ ਪੈਦਾ ਹੋਈ? ਇਹ ਚਿੰਤਾ ਕਰੋ। ਜੇ ਚਿੰਤਾ ਕਰਨੀ ਤਾਂ ਇਹ ਕਰੋ ਵੀ ਜਿਹੜਾ ਸਾਡਾ ਘਰ ਫਿਰ ਘਰ ਨਿੱਜ ਮਹਿਲ, ਜਿਹਦੇ 'ਚ ਸਾਨੂੰ ਰੋਜ਼ ਬੁਲਾਉਂਦੇ, ਅਸੀਂ ਉਹਦੇ 'ਚ ਹਜੇ ਤੱਕ ਗਏ ਕਿਉਂ ਨਹੀਂ? ਇਹ ਚਿੰਤਾ ਕਰੋ, ਇਹ ਫਿਕਰ ਕਰੋ। ਪਰ ਇੱਧਰ ਸੰਸਾਰ ਦਾ ਸਾਰਾ ਜਿਹੜਾ ਖੇਲ ਇਹ ਉਲਟ ਚੱਲਦਾ, ਪੁੱਠਾ ਹੋਇਆ ਹੈ। ਗੁਰਬਾਣੀ ਗੁਰੂ 'ਚ ਆਪਾਂ ਨੂੰ ਸਿੱਧਾ ਦੱਸਿਆ ਇਹ ਸੰਸਾਰ ਦਾ ਉਲਟ ਚੱਲਦਾ, ਪੁੱਠਾ ਚੱਲਦਾ ਹੈ। ਸੰਸਾਰ ਦਾ ਜਿਹੜਾ ਖੇਲ ਪੁੱਠਾ ਹੋਣ ਕਰਕੇ ਇਹ ਕਾਲ ਨੇ, ਮਾਇਆ ਨੇ, ਪੰਜਾਂ ਦੂਤਾਂ ਨੇ ਜੀਵ ਦਾ ਇਹ ਪਾਸਾ ਬੰਦ ਕੀਤਾ ਹੋਇਆ। ਸੋਚ ਹੈ ਜਿਹੜੀ ਇੱਧਰਲੇ ਪਾਸੇ ਨੂੰ ਚੱਲਣ ਹੀ ਨਹੀਂ ਦਿੰਦੇ, ਇੱਧਰ ਨੂੰ ਨਹੀਂ ਸੋਚਣ ਦਿੰਦੇ। ਸੰਸਾਰ ਦੀਆਂ ਘਾੜਤਾਂ ਘੜੀ ਜਾਏਗਾ, ਸੰਸਾਰ ਬਾਰੇ ਸੋਚੀ ਜਾਏਗਾ, ਇਹਦੇ ਬਾਰੇ ਨਹੀਂ ਸੋਚੇਗਾ, ਸੋਚਣ ਦੇਣਗੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜੀਵ ਨੂੰ ਐਸਾ ਰੋਗ ਲੱਗਿਆ ਮਨ ਨੂੰ, ਇਹ ਤ੍ਰਿਸ਼ਨਾ ਦਾ, ਕਿ ਜਿਹੜਾ ਮਰਨਾ ਸੀ ਇਹਨੇ ਮਰਨਾ ਹੀ ਵਿਸਾਰ ਦਿੱਤਾ, ਮਰਨਾ ਹੀ ਭੁਲਾਈ ਬੈਠਾ।
ਮਾਰੇ ਫਰਮਾਉਂਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਜਦੋਂ ਜੀਵ ਮਰਨਾ ਭੁੱਲ ਜਾਂਦਾ ਫਿਰ ਉਹਦੀ ਸੋਚ ਇੱਧਰੋਂ ਬੰਦ ਹੋ ਜਾਂਦੀ, ਕਿਉਂਕਿ ਉਹਨੂੰ ਚੇਤਾ ਨਹੀਂ ਮਰਨਾ, ਅਤੇ ਇਸ ਕਰਕੇ ਉਹ ਸੋਚਦਾ ਨਹੀਂ ਵੀ ਮੈਂ ਮਰਨ ਤੋਂ ਬਾਅਦ ਜਾਣਾ ਕਿੱਥੇ। ਜੇ ਉਹਨੂੰ ਚੇਤਾ ਹੋਵੇ ਮੌਤ ਦਾ ਵੀ ਇੱਕ ਦਿਨ ਮੈਨੂੰ ਮੌਤ ਆਉਣੀ, ਮੈਂ ਜਾਣਾ ਇੱਥੋਂ, ਫਿਰ ਉਹ ਸੋਚੇ ਵੀ ਮੈਂ ਜਾਣਾ ਕਿੱਥੇ। ਅਤੇ ਜਦ ਤੱਕ ਉਹਨੂੰ ਭੁੱਲਿਆ ਹੋਇਆ ਉਹ ਸੋਚਦਾ ਹੀ ਨਹੀਂ। ਸਾਹਮਣੇ ਜੀਵ ਜਾ ਰਹੇ ਨੇ, ਫਿਰ ਵੀ ਜੀਵ ਦਾ ਮਨ ਇੰਨਾ ਗਿਆਨੀ ਹੋ ਗਿਆ, ਇੰਨਾ ਚਿੱਤ ਕਠੋਰ ਹੋ ਗਿਆ। ਸਾਹਮਣੇ ਜੀਵ ਪਿਆ ਹੈ, ਦੇਹ ਛੱਡੀ ਹੋਈ ਹੈ, ਉਸ ਸਮੇਂ ਵੀ ਜੀਵ ਦਾ ਮਨ ਇੰਨਾ ਕੁ ਵੀ ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ ਵੀ ਉਹ ਸੋਚੇ ਇਸ ਚੀਜ਼ ਬਾਰੇ। ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੋਈ ਜੀਵ ਦੇਹ ਛੱਡਦਾ ਸੀ, ਉਦੋਂ ਸਾਰੇ ਜੀਵ ਇਕੱਠੇ ਹੋ ਕੇ ਉਹਦੇ ਪਿੱਛੇ ਜਾਂਦੇ, ਅਤੇ ਜਦੋਂ ਪਿੱਛੇ ਜਾਂਦੇ ਤੇ ਉਹ ਸੋਚਦੇ ਵਿਚਾਰਦੇ ਵੀ ਦੇਖੋ ਇਹ ਸੰਸਾਰ ਦੇ ਵਿੱਚ ਆਇਆ ਸੀ, ਇੱਥੇ ਇੰਨਾ ਸਮਾਂ ਰਿਹਾ ਅਤੇ ਹੁਣ ਇੱਥੋਂ ਖਾਲੀ ਹੱਥ ਚੱਲੇ, ਨਾਲ ਕੀ ਲੈ ਕੇ ਚੱਲੀਏ। ਫਿਰ ਉਹ ਸੋਚਦੇ ਇਹਦੇ 'ਤੇ ਵਿਚਾਰ ਕਰਦੇ ਅਤੇ ਮਨ ਉਹਨਾਂ ਦਾ ਸਹਿਜ ਵਿੱਚ ਆ ਜਾਂਦਾ। ਪਰ ਅੱਜ ਸੰਸਾਰ ਦੇ ਵਿੱਚ ਜੀਵਾਂ ਦੀ ਅਵਸਥਾ ਉਹ ਹੋ ਰਹੀ, ਇਹ ਜਿਹੜੀ ਸੋਚ ਹੈ, ਸੋਚ ਬਿਲਕੁਲ ਬੰਦ ਹੋ ਚੁੱਕੀ ਹੈ। ਜਦੋਂ ਜੀਵ ਕਿਸੇ ਦੀ ਮੌਤ 'ਤੇ ਜਾਂਦੇ ਵੀ ਨੇ, ਫਿਰ ਵੀ ਉਹ ਸੰਸਾਰ ਦੀਆਂ ਗੱਲਾਂ ਕਰਨ ਉੱਥੇ ਹਟਦੇ ਨਹੀਂ ਹੈ। ਇਹ ਤਾਂ ਵਿਚਾਰਦੇ ਹੀ ਨਹੀਂ ਵੀ ਇਹ ਗਿਆ ਸੰਸਾਰ ਦੇ ਵਿੱਚੋਂ ਅਤੇ ਅਸੀਂ ਵੀ ਜਾਣਾ। ਉੱਥੇ ਜਾ ਕੇ ਵੀ ਸਾਹਮਣੇ ਜੀਵ ਦੇ ਦੂਸਰੇ 'ਤੇ ਵੀ ਅੱਗ ਲਾਈ ਜਾ ਰਹੀ ਹੈ ਉਹਨੂੰ, ਅਤੇ ਫਿਰ ਵੀ ਮਨ ਇੰਨਾ ਕਠੋਰ ਹੋ ਗਿਆ, ਉੱਥੇ ਜਾ ਕੇ ਵੀ ਮਨ ਦੇ ਵਿਚਾਰ ਨਹੀਂ ਰੁਕਦੇ, ਫੁਰਨੇ ਨਹੀਂ ਰੁਕਦੇ। ਇਹ ਨਹੀਂ ਸੋਚਦਾ ਵੀ ਅੱਜ ਇਹ ਗਿਆ ਅਤੇ ਕੱਲ੍ਹ ਨੂੰ ਮੈਂ ਵੀ ਇੱਥੇ ਹੀ ਆਉਣਾ, ਮੈਂ ਵੀ ਜਾਣਾ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਇਹ ਪਾਸਾ ਹੀ ਬੰਦ ਕੀਤਾ ਹੋਇਆ, ਜੀਵ ਨੂੰ ਜਿਹੜਾ ਮਰਨਾ ਉਹ ਭੁੱਲ ਚੁੱਕੇ, ਮੌਤ ਭੁੱਲ ਚੁੱਕੀ ਹੈ। ਅਤੇ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਇਹ ਵਾਰ-ਵਾਰ ਚੇਤੇ ਕਰਾਇਆ ਜਾਂਦਾ ਵੀ ਤੁਸੀਂ ਮਰਨਾ ਭੁੱਲੋ ਨਾ, ਮਰਨਾ ਚੇਤੇ ਰੱਖੋ। ਜੇ ਅਸੀਂ ਮਰਨਾ ਭੁੱਲ ਗਏ ਤਾਂਹੀਓ ਅਸੀਂ ਵੈਰ ਵਿਰੋਧ 'ਚ ਜਾਂਦੇ, ਤਾਂਹੀਓ ਅਸੀਂ ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਤਾਂਹੀਓ ਅਸੀਂ ਧੜਿਆਂ 'ਚ ਵੰਡੇ ਜਾਂਦੇ ਹਾਂ। ਜੇ ਸਾਨੂੰ ਮੌਤ ਚੇਤੇ ਹੋਏਗੀ ਬਈ ਅਸੀਂ ਜਾਣਾ ਇੱਥੋਂ, ਫਿਰ ਜੀਵ ਸੰਸਾਰ ਦੇ ਵਿੱਚ ਇੰਨਾ ਨਹੀਂ ਵੱਜਦਾ ਵੀ ਇੱਥੋਂ ਵਾਪਸ ਜਾ ਨਾ ਸਕੇ। ਮਹਾਰਾਜ ਫਰਮਾਉਂਦੇ ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ। ਵੀ ਜੇ ਸਾਡੇ ਮਨ ਨੂੰ ਇਹ ਗਿਆਨ ਹੋਵੇ ਵੀ ਮੈਂ ਇਸ ਲੋਕ ਦਾ ਵਾਸੀ ਨਹੀਂ ਹੈ, ਮੈਂ ਇੱਥੇ ਦਾ ਰਹਿਣ ਵਾਲਾ ਨਹੀਂ, ਫਿਰ ਇਹ ਇੰਨਾ ਮੋਹ ਨਹੀਂ ਪਾਉਂਦਾ ਇੱਧਰ ਸੰਸਾਰ ਦੇ ਵਿੱਚ ਵੀ ਇੱਥੋਂ ਵਾਪਸ ਜਾਈ ਨਾ ਸਕੇ, ਇੰਨਾ ਬੰਧਨਾਂ 'ਚ ਨਹੀਂ ਵੱਜਦਾ। ਅਤੇ ਜਦੋਂ ਇਹ ਭੁੱਲ ਜਾਂਦਾ ਹੈ ਫਿਰ ਇੱਧਰ ਬੰਧਨਾਂ 'ਚ ਵੱਜ ਜਾਂਦਾ, ਫਿਰ ਇਹ ਸਮਝਦਾ ਵੀ ਮੈਂ ਇੱਥੋਂ ਜਾਣਾ ਹੀ ਨਹੀਂ, ਇਹੋ ਮੇਰਾ ਪਰਿਵਾਰ ਹੈ, ਇਹ ਸੰਸਾਰ ਹੈ, ਮੈਂ ਇੱਥੇ ਦਾ ਹੀ ਵਾਸੀ, ਅਤੇ ਮੈਂ ਕਿਹੜਾ ਇੱਥੋਂ ਚੱਲਿਆ, ਹੋਰ ਜੀਵ ਜਾ ਰਹੇ ਨੇ ਅਤੇ ਜਾਂਦੇ ਨੇ ਜਾਣ, ਪਰ ਮੈਂ ਤਾਂ ਹਜੇ ਠੀਕ ਠਾਕ, ਮੈਨੂੰ ਕੁਛ ਨਹੀਂ ਹੋਣ ਲੱਗਿਆ, ਮੈਂ ਨਹੀਂ ਜਾਣਾ ਹੈ। ਇਹ ਬੜਾ ਵੱਡਾ ਸਾਨੂੰ ਭਰਮ ਹੈ, ਅਤੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਭਰਮ ਦੇ ਵਿੱਚੋਂ ਬਾਹਰ ਨਿਕਲੋ, ਸਮੇਂ ਦਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਆਪਣਾ ਜਿਹੜਾ ਜੀਵਨ ਹੈ ਇਹ ਇੱਕ ਸਵਾਸ 'ਤੇ ਇੱਕ ਦਮ ਦੇ ਆਪਾਂ ਜੀਣਾ। ਜੇ ਆਪਾਂ ਨੂੰ ਸਵਾਸ ਆ ਰਹੇ ਹੈ ਅਤੇ ਆਪਾਂ ਕਹਿੰਦੇ ਹਾਂ ਸਾਡਾ ਪਰਿਵਾਰ ਹੈ, ਸਾਡਾ ਘਰ-ਬਾਰ ਹੈ, ਸੰਸਾਰ ਹੈ। ਜੇ ਆਪਾਂ ਨੂੰ ਸਵਾਸ ਹੀ ਨਾ ਆਵੇ ਅਤੇ ਫਿਰ ਆਪਾਂ ਕੀ ਕਰਾਂਗੇ? ਜਿਹੜਾ ਕੰਮ ਉਹ ਕੰਮ ਧਰਿਆ ਦਾ ਧਰਿਆ ਰਹਿ ਗਿਆ, ਜਿਹੜਾ ਪਰਿਵਾਰ ਸੀ ਉਹ ਪਰਿਵਾਰ ਇੱਥੇ ਦਾ ਇੱਥੇ ਹੀ ਰਹਿ ਗਿਆ, ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਂਦਾ ਹੈ। ਕੋਈ ਵੀ ਚੀਜ਼ ਇੱਥੋਂ ਅਸੀਂ ਨਾਲ ਲਿਜਾ ਨਹੀਂ ਸਕਦੇ ਹੈ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਵੀ ਤੁਸੀਂ ਪਹਿਲਾਂ ਉਹਨੂੰ ਮਿਲੋ ਜਿਹੜਾ ਤੁਹਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ।
ਨਾਨਕ ਬਿਨਵੇ ਤਿਸੇ ਸਰੇਵੋ ਜਾ ਕੇ ਜੀ ਪ੍ਰਾਣ। ਜੋ ਸਾਡਾ ਮਾਤਾ ਪਿਤਾ ਸਾਨੂੰ ਪ੍ਰਾਣ ਦੇ ਰਿਹਾ ਹੈ, ਸਵਾਸ ਦੇ ਕੇ ਜਿਉਂਦਾ ਰੱਖ ਰਿਹਾ ਹੈ, ਸਾਰਾ ਕੁਛ ਉਹਦੇ ਹੱਥ ਹੈ। ਡੋਰੀ ਮਾਲਕ ਦੇ ਹੱਥ ਹੈ। ਰੱਬ ਜੀ ਡੋਰੀ ਹੱਥ ਤੁਮਾਰੀ। ਹੁਣ ਜਿਹਦੇ ਹੱਥ ਡੋਰੀ ਹੈ ਮਾਲਕ ਦੇ, ਉਹਨੂੰ ਜੀਵ ਚੇਤੇ ਨਹੀਂ ਕਰਦਾ, ਉਹਦਾ ਸਿਮਰ ਨਹੀਂ ਕਰਦਾ, ਤੇ ਫਿਰ ਮਹਾਰਾਜ ਕਹਿੰਦੇ ਵੀ ਤੁਹਾਡਾ ਜਿਹੜਾ ਜੀਵਨ ਹੈ ਵਿਅਰਥ ਜਾ ਰਿਹਾ ਹੈ। ਜਿਸ ਦੀ ਖਾਤਰ ਤੁਸੀਂ ਕਰਦੇ, ਜੋ ਵੀ ਕਰਦੇ ਹੋ, ਮਾਲਕ ਦੇ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਫਿਰ ਮਹਾਰਾਜ ਲਾਹਣਤਾਂ ਪਾਉਂਦੇ, ਧਰੈ ਕੇ ਕਹਿੰਦੇ ਬਈ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ ਸੰਸਾਰ ਦੇ ਵਿੱਚ, ਮਾਲਕ ਨੂੰ ਮਿਲਣ ਵਾਸਤੇ, ਜੇ ਹੁਣ ਅਸੀਂ ਇਹ ਮਿਲਾਪ ਦੇ ਰਸਤੇ 'ਤੇ ਚੱਲਦੇ ਨਹੀਂ, ਸਿਮਰਨ ਬੰਦਗੀ ਕਰਦੇ ਨਹੀਂ, ਫਿਰ ਮਹਾਰਾਜ ਕਹਿੰਦੇ ਵੀ ਤੁਹਾਡਾ ਜਿਹੜਾ ਖਾਣਾ, ਜੋ ਵੀ ਤੁਸੀਂ ਖਾਂਦੇ ਹੋ, ਤੁਹਾਡਾ ਖਾਣਾ ਤ੍ਰਿਗ। ਜੋ ਜੀਵ ਪਹਿਨ ਦਾ ਕੱਪੜਾ ਪਹਿਨ ਕੇ ਹਉਮੈ ਹੰਕਾਰ ਕਰਦਾ, ਕਹਿੰਦੇ ਤੁਹਾਡਾ ਇਹੋ ਜਿਹਾ ਪਹਿਨਣਾ ਤ੍ਰਿਗ। ਜਿਸ ਪਰਿਵਾਰ ਦੀ ਖਾਤਰ ਕਰਮ ਕਰਦਾ, ਦਿਨ ਰਾਤ ਲੱਗਿਆ ਹੋਇਆ, ਮੇਰੇ ਬੱਚੇ, ਮੇਰਾ ਪਰਿਵਾਰ, ਇਹਨਾਂ ਦੀ ਖਾਤਰ ਵੱਧ ਤੋਂ ਵੱਧ ਕਰਾਂ, ਮਹਾਰਾਜ ਕਹਿੰਦੇ ਤੁਹਾਡਾ ਸਾਰਾ ਪਰਿਵਾਰ ਜਿਹੜਾ ਪਰਿਵਾਰ ਤ੍ਰਿਗ। ਜਦੋਂ ਜੀਵ ਸੌਂਦਾ, ਜੇ ਉਹ ਸਿਮਰਨ ਨਹੀਂ ਕਰਦਾ, ਕਹਿੰਦੇ ਤੁਹਾਡਾ ਸੌਣਾ ਤ੍ਰਿਗ ਇਹ 'ਚ। ਜਾਣੀ ਦੀ ਮਹਾਰਾਜ ਲਾਹਣਤਾਂ ਹੀ ਪਾਈ ਜਾਂਦੇ। ਮਹਾਰਾਜ ਫਰਮਾਉਂਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕੱਪ ਡੰਗ ਚੜਾਇਆ, ਤ੍ਰਿਗ ਸਰੀਰ ਕਟੰਬ ਸਹਿ ਜਿਤ ਹੁਣ ਖਸਮ ਨਾ ਪਾਇਆ। ਮਹਾਰਾਜ ਕਹਿੰਦੇ ਵੀ ਜਿਸ ਮਕਸਦ ਵਾਸਤੇ ਦੇਹੀ ਮਿਲੀ, ਮਾਲਕ ਨੂੰ ਮਿਲਣ ਵਾਸਤੇ, ਜੇ ਉਹਨੂੰ ਮਿਲੇ ਨਹੀਂ, ਫਿਰ ਜੋ ਵੀ ਕੀਤਾ ਹੋਇਆ ਉਹ ਸਾਰਾ ਕੁਛ ਹੀ ਤ੍ਰਿਗ, ਮਹਾਰਾਜ ਲਾਹਣਤ ਪਾਉਂਦੇ ਨੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਜੀਵਨ ਦਾ ਜੋ ਅਸਲ ਮਕਸਦ ਹੈ ਉਹ ਇਹੀ ਹੈ, ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਕਰਨਾ। ਇਸ ਵਾਸਤੇ ਫਿਰ ਆਪਾਂ ਨੂੰ ਇਹ ਮਾਨਸ ਜਪਣਾ ਜਿਹੜਾ ਹੁਣ ਮਿਲਿਆ, ਇਹ ਆਪਾਂ ਨੂੰ ਮੌਕਾ ਵਾਰੀ ਮਿਲੀ ਹੈ। ਤੇ ਆਪਾਂ ਨੂੰ ਕਹਿੰਦੇ ਵੀ ਰੋਜ਼ ਦੀ ਰੋਜ਼ ਸਮਾਂ ਜਿਹੜਾ ਸਾਡਾ ਬੀਤਦਾ ਜਾ ਰਿਹਾ, ਸਮਾਂ ਘਟਦਾ ਜਾ ਰਿਹਾ। ਹੁਣ ਤੁਸੀਂ ਗੁਰੂ ਦੀ ਸ਼ਰਨ 'ਚ ਆ ਕੇ ਜਿਹੜਾ ਕਾਰਜ ਤੁਹਾਡਾ ਕਰਨ ਵਾਸਤੇ ਤੁਹਾਨੂੰ ਭੇਜਿਆ, ਉਸ ਨੂੰ ਫਟਾਫਟ ਸਵਾਰ ਲਓ। ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ, ਔਧ ਘਟੇ ਦਿਨ ਸਿਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੀ। ਵੀ ਹੁਣ ਅਸੀਂ ਜਿਹੜਾ ਕਾਰਜ ਸਾਡਾ ਵਿਗੜਿਆ, ਉਸ ਨੂੰ ਸਵਾਰਨਾ। ਤੇ ਸਵਾਰਨਾ ਕਿਵੇਂ ਹੈ, ਉਹ ਆਪਾਂ ਨੂੰ ਸਤਿਗੁਰੂ ਭੇਜ ਦਿੰਦੇ ਨੇ। ਹੁਣ ਇਹ ਕਾਰਜ ਸਵਾਰਨ ਵਾਸਤੇ ਵੀ ਸਾਡਾ ਮਨ ਫੇਰ ਹੀ ਚੱਲਦਾ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਸਾਨੂੰ ਸੋਝੀ ਆਉਂਦੀ, ਥੋੜ੍ਹਾ ਜਿਹਾ ਗਿਆਨ ਹੁੰਦਾ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਅਸਲ ਕਾਰਜ ਹੈ ਕਿਹੜਾ, ਅਸੀਂ ਕੀ ਕਰਨ ਵਾਸਤੇ ਇੱਥੇ ਆਏ ਹਾਂ। ਜਦ ਤੱਕ ਜੇ ਸਤ ਸੰਗਤ ਨਹੀਂ ਕਰਦਾ, ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰਾ ਕਾਰਜ ਕੀ ਹੈ, ਬਈ ਮੈਂ ਕੀ ਕਰਨ ਵਾਸਤੇ ਇੱਥੇ ਆਏ ਹਾਂ ਅਤੇ ਮੈਂ ਕੀ ਕਰ ਰਹੀ ਹਾਂ। ਆਪਾਂ ਨੂੰ ਫਿਰ ਸਮਝਾਉਂਦੇ ਵੀ ਕਾਰਜ ਸਾਡਾ ਇੱਕੋ ਹੀ ਹੈ, ਮਨ ਦਾ। ਫਰਮਾਉਂਦੇ ਨੇ ਰਾਮ ਸਿਮਰ ਇਹ ਤੇਰੇ ਕਾਰਜ ਹੈ, ਵੀ ਇਹ ਸਾਡੇ ਮਨ ਦਾ ਕਾਰਜ। ਪਰਮਾਤਮਾ ਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ, ਇਹ ਮਨ ਦਾ ਕਾਰਜ ਹੈ। ਹੁਣ ਆਪਾਂ ਨੂੰ ਕਹਿੰਦੇ ਵੀ ਹੋਰ ਕਾਰਜ ਜਿਹੜੇ ਸਾਡਾ ਮਨ ਕਰਦਾ ਹੈ, ਵਿਚਾਰ ਫੁਰਨੇ ਲੈਂਦਾ, ਉਹਨੂੰ ਅਵਰ ਕਾਜ ਕਹਿੰਦੇ, ਵੀ ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹੈ। ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਸਾਡਾ ਜਿਹੜਾ ਅਸਲ ਕਰਮ ਹੈ ਉਹ ਇੱਕੋ ਹੀ ਮਾਲਕ ਨੂੰ ਮਿਲਣਾ। ਬਾਕੀ ਅਸੀਂ ਜਦੋਂ ਨਾਮ ਨੂੰ ਵਿਸਾਰ ਕੇ, ਸਿਮਰਨ ਛੱਡ ਕੇ ਹੋਰ ਅਸੀਂ ਜੋ ਵੀ ਕੁਝ ਕਰਦੇ ਹਾਂ, ਉਸ ਨੂੰ ਵੰਗਾਰ ਕਹਿੰਦੇ। ਜਿਵੇਂ ਆਪਾਂ ਸਾਰੇ ਜਾਣਦੇ ਵੀ ਵੰਗਾਰ ਹੁੰਦੀ ਹੈ ਫਰੀ ਦੇ ਵਿੱਚ ਕੰਮ ਕਰਨਾ, ਦੂਸਰੇ ਬੰਦੇ ਦਾ ਫਰੀ ਦੇ ਵਿੱਚ ਕਾਰਜ ਕਰਨਾ, ਅਤੇ ਉੱਥੋਂ ਕੁਝ ਵੀ ਘਰ ਨੂੰ ਆਪਦੇ
ਨਾਲ ਨਾ ਲੈ ਕੇ ਜਾਣਾ। ਇਸੇ ਤਰ੍ਹਾਂ ਹੀ ਜਦੋਂ ਹੁਣ ਅਸੀਂ ਸਿਮਰਨ ਨਹੀਂ ਕਰਦੇ ਦਿਨ ਦੇ ਸਮੇਂ, ਇਹ ਲੋਕ ਦੇ ਵਿੱਚ ਆਉਂਦੇ ਹਨ, ਇਹਨੂੰ ਕਾਲ ਦਾ ਦੇਸ਼ ਕਹਿੰਦੇ ਨੇ। ਹੁਣ ਇੱਧਰ ਆ ਕੇ ਜਦੋਂ ਸਾਡਾ ਮਨ ਭਰਮ 'ਚ ਪੈ ਜਾਂਦਾ ਹੈ, ਇਹ ਫਿਰ ਸਾਨੂੰ ਕਾਲ ਆਪਣੀ ਵੰਗਾਰ 'ਤੇ ਲਾ ਲੈਂਦਾ ਹੈ। ਕਿਸੇ ਨੂੰ ਖੇਤੀਬਾੜੀ ਕਰਨ 'ਤੇ ਲਾ ਲਿਆ, ਕਿਸੇ ਨੂੰ ਦੁਕਾਨਦਾਰੀ 'ਤੇ ਲਾ ਲਿਆ, ਕਿਸੇ ਨੂੰ ਨੌਕਰੀ 'ਤੇ ਲਾ ਦਿੱਤਾ, ਕਿਸੇ ਨੂੰ ਦਿਹਾੜੀ ਕਰਨ 'ਤੇ ਲਾ ਦਿੱਤਾ। ਹੁਣ ਜੀਵ ਇਹ ਜਦੋਂ ਕੰਮ ਕਰਦੇ ਉਹ ਲਾਲਚ ਵੀ ਕਰਦਾ ਬਈ ਮੈਂ ਵੱਧ ਕਰਾਂ, ਦਿਨੇ ਵੀ ਕਰਾਂ ਅਤੇ ਰਾਤ ਨੂੰ ਵੀ ਕਰਾਂ। ਹੁਣ ਮਹਾਰਾਜ ਕਹਿੰਦੇ ਲਾਲਚ ਦੇ ਵਿੱਚ ਪਿਆ ਹੋਇਆ ਦਿਨ ਰਾਤ ਕਰਦਾ ਹੈ, ਅਤੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਜਦੋਂ ਇੱਥੋਂ ਜਾਣਾ ਹੈ ਇੱਥੋਂ ਖਾਲੀ ਹੱਥ ਚਲਾ ਜਾਂਦਾ ਹੈ। ਹੁਣ ਜੋ ਵੀ ਅਸੀਂ ਸਾਰਾ ਦਿਨ ਇੱਥੇ ਕਰਦੇ ਹਾਂ, ਜਦੋਂ ਅਸੀਂ ਰਾਤ ਨੂੰ ਇੱਥੋਂ ਜਾਣਾ ਹੈ, ਇੱਥੋਂ ਅਸੀਂ ਕੋਈ ਵੀ ਚੀਜ਼ ਨਾਲ ਇੱਥੋਂ ਲਿਜਾ ਨਹੀਂ ਸਕਦੇ। ਅਤੇ ਮਹਾਰਾਜ ਕਹਿੰਦੇ ਵੀ ਇਹ ਤੁਸੀਂ ਸੋਚ ਵਿਚਾਰ ਕਰੋ ਇਹਦੇ 'ਤੇ ਵੀ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਇੱਥੋਂ ਨਾਲ ਕੀ ਲੈ ਕੇ ਜਾਂਦੇ ਹੋ। ਇਸ ਲਈ ਫਰਮਾਉਂਦੇ ਨਿਤ ਦਿਨਸ ਰਾਤ ਲਾਲਚ ਕਰੇ, ਭਰਮੇ ਭਰਮਾਇਆ, ਵੰਗਾਰ ਫਿਰੇ ਵੰਗਾਰੀਆ, ਸਿਰ ਭਾਰ ਉਠਾਇਆ। ਵੀ ਭਰਮ ਦੇ ਵਿੱਚ ਪਿਆ ਹੋਇਆ, ਮਾਇਆ ਦੇ ਵਿੱਚ ਸੁੱਤਾ ਹੋਇਆ, ਦਿਨ ਰਾਤ ਕਰਮ ਕਰਦਾ ਅਤੇ ਕਰਦਾ ਇਹਨਾਂ ਦੀ ਵੰਗਾਰ ਹੈ। ਅਤੇ ਜਦੋਂ ਇੱਥੋਂ ਜਾਂਦਾ ਹੈ, ਇੱਥੋਂ ਖਾਲੀ ਹੱਥ ਜਾਂਦਾ, ਕੁਛ ਨਾਲ ਨਹੀਂ ਲਿਜਾ ਸਕਦਾ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਕਰਨਾ ਹੈ ਤਾਂ ਉਹ ਵੀ ਕੰਮ ਕਰੋ ਜਿਹੜਾ ਤੁਹਾਡਾ ਘਰ ਦਾ ਕੰਮ, ਜਿਹੜਾ ਤੁਸੀਂ ਇੱਥੋਂ ਨਾਲ ਕੁਝ ਲਿਜਾ ਸਕਦੇ ਹੋ। ਹੁਣ ਇੱਥੋਂ ਫਿਰ ਅਸੀਂ ਨਾਮ ਧਨ ਤੋਂ ਬਿਨਾਂ ਹੋਰ ਕੋਈ ਵੀ ਵਸਤੂ ਜਿਹੜੀ ਇੱਥੋਂ ਸਾਡੇ ਨਾਲ ਜਾਂਦੀ ਨਹੀਂ ਹੈ। ਇਹ ਜਿਹੜਾ ਸਰੀਰ ਹੈ, ਸਰੀਰ ਵੀ ਇੱਥੇ ਹੀ ਰਹਿ ਜਾਂਦਾ, ਇਹਦੇ ਨਾਲ ਸਰੀਰ ਦੇ ਜਿਹੜੇ ਪਦਾਰਥ ਨੇ ਉਹ ਵੀ ਸਾਰੇ ਇੱਥੇ ਰਹਿ ਜਾਂਦੇ ਨੇ। ਅੱਗੇ ਆਪਣੇ ਮਨ ਨੇ ਜਾਣਾ ਹੈ ਅਤੇ ਮਨ ਦੇ ਨਾਲ ਨਾਮ ਨੇ ਜਾਣਾ ਹੈ। ਇਸ ਲਈ ਮਹਾਰਾਜ ਫਰਮਾਉਂਦੇ ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਕਿ ਜਿਹਨੇ ਆਪਣੇ ਮਨ ਦੀ ਸਾਰ ਲੈਣੀ, ਜਿਹਨੇ ਅੱਗੇ ਸਾਡੇ ਨਾਲ ਨਿਭਣਾ, ਉਹ ਹੈ ਨਾਮ। ਨਾਮ ਨੇ ਆਪਾਂ ਨੂੰ ਇੱਥੇ ਵੀ ਸੁੱਖ ਦੇਣਾ ਹੈ ਅਤੇ ਅੱਗੇ ਵੀ ਸਾਡੇ ਨਾਲ ਚੱਲਣਾ ਹੈ। ਇਸ ਵਾਸਤੇ ਜਦੋਂ ਫਿਰ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ, ਭਗਤੀ ਦੇ 'ਤੇ ਸਿਮਰਨ ਬੰਦਗੀ ਕਰਦੇ ਹਾਂ, ਇਸ ਮਾਰਗ ਦੇ ਉੱਤੇ ਚੱਲਦੇ ਹੋਏ ਜਿਹੜਾ ਆਪਣਾ ਸੱਜਣ ਹੈ, ਉਹ ਨਾਮ ਨੂੰ ਭਗਤਾਂ ਨੇ, ਗੁਰਮੁਖਾਂ ਨੇ ਸੱਜਣ ਆਖਿਆ। ਬਈ ਅਸਲੀ ਸੱਜਣ ਸਾਡਾ ਤੂੰ ਹੈ, ਬਈ ਜਿਹੜਾ ਇੱਥੇ ਵੀ ਸਾਡੇ ਨਾਲ ਹੈ ਅਤੇ ਜਦੋਂ ਅਸੀਂ ਇਹ ਦੇਹ ਨੂੰ ਛੱਡ ਕੇ ਜਾਣਾ, ਜਿੱਥੇ ਮਨ ਤੋਂ ਹਿਸਾਬ ਕਿਤਾਬ ਲੇਖਾ ਲਿਆ ਜਾਂਦਾ ਹੈ, ਉੱਥੇ ਵੀ ਉਹ ਸੱਜਣ ਨਾਲ ਖੜ੍ਹਾ ਹੁੰਦਾ, ਉੱਥੇ ਵੀ ਉਹ ਸੱਜਣ ਨਾਲ ਚੱਲਦਾ ਹੈ, ਉਹ ਸਾਡਾ ਸਾਥ ਨਹੀਂ ਛੱਡਦਾ। ਮਹਾਰਾਜ ਫਰਮਾਉਂਦੇ ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਬਈ ਅਸਲ ਸੱਜਣ ਸਾਡਾ ਉਹ ਹੈ ਜਿਹਨੇ ਇੱਥੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਣਾ, ਅਤੇ ਜਦੋਂ ਅਸੀਂ ਇਹ ਦੇਹ ਨੂੰ ਛੱਡ ਕੇ ਜਾਣਾ, ਉੱਥੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦਾ, ਉੱਥੇ ਵੀ ਸਾਡੇ ਨਾਲ ਹੁੰਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਧਨ ਇਕੱਠਾ ਕਰੋ, ਉਸ ਧਨ ਨੂੰ ਜ਼ਿਆਦਾ ਅਹਿਮੀਅਤ ਦੇਵੋ ਵੀ ਜਿਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ ਅਤੇ ਸਾਡੇ ਨਾਲ ਵੀ ਜਾਣਾ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਧਨ ਨੂੰ ਨਾ ਤਾਂ ਚੋਰ ਚੋਰੀ ਕਰ ਸਕੇ, ਨਾ ਉਹਨੂੰ ਤਸਕਰ ਇਹ ਚੋਰ ਲੱਗੇ, ਨਾ ਉਹਨੂੰ ਜੰਮ ਲੱਗਣ। ਉਹ ਧਨ ਸਾਡੇ ਮਨ ਦੇ ਨਾਲ ਜਾਂਦਾ। ਮਹਾਰਾਜ ਕਹਿੰਦੇ ਇਸ ਧਨ ਕੋ ਜਮ ਜੋ ਨਾ ਸਕਈ, ਨਾ ਤਸਕਰ ਲੈ ਜਾਏ। ਇਹੋ ਹਰ ਧਨ ਜੀਏ ਸੇਤੀ ਰਵ ਰਿਹਾ, ਜੀਏ ਨਾਲੇ ਜਾਏ। ਇਹ ਮਨ ਦੇ ਨਾਲ ਜਾਂਦਾ ਹੈ। ਹੁਣ ਉਹ ਧਨ ਤੱਕ ਪਹੁੰਚਣ ਵਾਸਤੇ ਨਾਮ ਤੱਕ ਜਿਹੜੇ ਆਪਸ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਤਾਂ ਕਿ ਆਪਣਾ ਮਨ ਉਹ ਨਾਮ ਤੱਕ ਪਹੁੰਚ ਸਕੇ। ਆਓ ਹੁਣ ਕਿਵੇਂ ਆਪਾਂ ਉਹ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਜੋ ਇਹ ਆਪਾਂ ਨੂੰ ਸਤਿਗੁਰਾਂ ਨੇ ਸਾਸ ਗਿਰਾਸ ਸਿਮਰਨ ਅਭਿਆਸ ਦੱਸੇ ਹੈ,
आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਹਦੇ ਨਾਲ ਆਪਣਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ ਹੈ। ਜਿਉਂ-ਜਿਉਂ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੋਏਗਾ, ਫਿਰ ਇਹ ਜਾਗਤ ਅਵਸਥਾ 'ਚ ਆਉਂਦਾ ਹੈ। ਜਿਉਂ-ਜਿਉਂ ਇਹ ਜਾਗੇਗਾ ਤੇ ਉਹਦੇ ਸਾਨੂੰ ਫਿਰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਜਦ ਤੱਕ ਮਨ ਸੁੱਤਾ ਹੈ, ਉਹਨਾਂ ਸਮਾਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ ਹੈ। ਜਿਹਨੇ ਸਮਝਣਾ, ਜਿਹਨੂੰ ਸਾਰੀ ਗੁਰਬਾਣੀ ਗੁਰੂ ਵਿੱਚ ਉਪਦੇਸ਼ ਦਿੱਤਾ ਜਾ ਰਿਹਾ ਹੈ, ਜੇ ਉਹਦਾ ਵਿਚਾਰਾਂ 'ਚ ਉਹਦਾ ਸੁੱਤਾ ਪਿਆ, ਫਿਰ ਆਪਾਂ ਗੁਰਬਾਣੀ ਨੂੰ ਸੁਣਾਉਣਾ ਕਿਹਨੂੰ? ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਫਿਰ ਜਦੋਂ ਆਪਾਂ ਹੁਣ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਪੜ੍ਹ ਕੇ ਆਪਾਂ ਗੁਰਬਾਣੀ ਗੁਰੂ ਨੂੰ ਖੋਜਣਾ, ਲੱਭਣਾ। ਸਾਰੀ ਗੁਰਬਾਣੀ ਗੁਰੂ ਵਿੱਚ ਜਿਵੇਂ ਪਹਿਲਾਂ ਆਪਾਂ ਨੂੰ ਗਿਆਨ ਦੇ ਕੇ ਸਮਝਾ ਕੇ ਫਿਰ ਆਪਾਂ ਨੂੰ ਵਿੱਚੋਂ ਸਵਾਲ ਕੀਤੇ ਨੇ ਵੀ ਜਿਵੇਂ ਬੱਚਾ ਸਕੂਲ ਪੜ੍ਹਦਾ, ਪਹਿਲਾਂ ਟੀਚਰ ਪੜ੍ਹਾਉਂਦੇ ਨੇ, ਫਿਰ ਉਹਨਾਂ ਦਾ ਪੇਪਰ ਹੁੰਦਾ, ਇਮਤਿਹਾਨ, ਫਿਰ ਪਤਾ ਲੱਗਦਾ ਵੀ ਜੋ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਉਹਨਾਂ ਨੂੰ ਸਮਝ ਲੱਗਦੀ ਵੀ ਹੈ ਕਿ ਜਾਂ ਨਹੀਂ ਲੱਗਦੀ ਹੈ। ਇਸੇ ਤਰ੍ਹਾਂ ਹੀ ਹੁਣ ਇਹ ਜੋ ਗੁਰਬਾਣੀ ਗੁਰੂ, ਇਹ ਬ੍ਰਹਮ ਦਾ ਗਿਆਨ ਹੈ, ਇਹ ਬ੍ਰਹਮ ਦੀ ਵਿੱਦਿਆ ਹੈ, ਇਹ ਵੀ ਪੜ੍ਹਾਈ ਹੈ। ਆਪਾਂ ਨੂੰ ਮਹਾਰਾਜ ਪਹਿਲਾਂ ਇਹ ਸਾਰਾ ਗਿਆਨ ਦਿੰਦੇ, ਸੋਝੀ ਦਿੰਦੇ, ਫਿਰ ਵਿੱਚੋਂ ਆਪਾਂ ਤੋਂ ਪੁੱਛਦੇ ਵੀ ਨੇ, ਸਵਾਲ ਵੀ ਕਰਦੇ ਵੀ ਜੋ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਵੀ ਇਹ ਇਕੱਲਾ ਪੜ੍ਹੀ ਜਾਂਦੇ ਨੇ ਕਿ ਜਾਂ ਪ੍ਰੈਕਟੀਕਲ ਵੀ ਕਰਦੇ ਨੇ, ਵੀ ਇਹਨਾਂ ਨੂੰ ਸਮਝ ਵੀ ਲੱਗਦੀ ਹੈ ਕਿ ਜਾਂ ਨਹੀਂ ਲੱਗਦੀ ਹੈ। ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ ਤੇ ਆਪਾਂ ਖੋਜਣਾ। ਜਿਵੇਂ ਹੁਣ ਆਪਾਂ ਖੋਜਣਾ ਕੀ ਹੈ, ਆਪਾਂ ਨੂੰ ਕਹਿੰਦੇ ਵੀ ਤੁਸੀਂ ਫਿਰ ਘਰ ਨਿੱਜ ਮਹਿਲ ਦੇ ਵਿੱਚ ਆਓ, ਜੇ ਤੁਸੀਂ ਆਓਗੇ ਤੇ ਦੁਬਾਰਾ ਤੁਹਾਡਾ ਸੰਸਾਰ 'ਚ ਫੇਰਾ ਨਹੀਂ ਹੋਏਗਾ। ਹੁਣ ਆਪਾਂ ਫਿਰ ਇਹ ਖੋਜਣਾ, ਇਹ ਲੱਭਣਾ ਵੀ ਉਹ ਫਿਰ ਘਰ ਹੈ ਕਿੱਥੇ ਹੈ, ਜਿਹਦੇ ਵਿੱਚ ਜਾਣ ਤੇ ਦੁਬਾਰਾ ਸਾਡਾ ਸੰਸਾਰ 'ਚ ਫੇਰਾ ਨਹੀਂ ਹੁੰਦਾ। ਉਹ ਨਿੱਜ ਮਹਿਲ ਨੂੰ ਆਪਾਂ ਲੱਭਿਆ ਕਿ ਜਾਂ ਨਹੀਂ ਲੱਭਿਆ। ਜਦੋਂ ਹੁਣ ਆਪਾਂ ਖੋਜ ਕਰਾਂਗੇ, ਖੋਜੀ ਬਣ ਕੇ ਚੱਲਾਂਗੇ ਤੇ ਫਿਰ ਆਪਾਂ ਲੱਭ ਲਾਂਗੇ। ਜੇ ਅਸੀਂ ਉੱਦਾਂ ਹੀ ਪੜ੍ਹ ਰਹੇ ਹਾਂ ਫਿਰ ਆਪਾਂ ਲੱਭ ਨਹੀਂ ਸਕਦੇ, ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਉਹ ਫਿਰ ਘਰ ਹੈ ਕਿੱਥੇ। ਇਸ ਵਾਸਤੇ ਹੁਣ ਆਪਾਂ ਖੋਜਣਾ। ਜਿਹੜਾ ਵੀ ਖੋਜਦਾ, ਮਹਾਰਾਜ ਕਹਿੰਦੇ ਉਹ ਫਿਰ ਦੁਬਾਰਾ ਵਾਪਸ ਨਹੀਂ ਆਉਂਦਾ ਕਾਰਾਂ ਦੇ ਵਿੱਚ। ਖਾਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬੌਰ ਨਾ ਹੋਈ। ਖੋਜਤ ਬੂਝਤ ਕਰਤ ਵਿਚਾਰਾ, ਤੋ ਭਵ ਜਲ ਤਰਤ ਨ ਲਾਵੇ ਬਾਰਾ। ਬਾਬਾ ਕਬੀਰ ਜੀ ਕਹਿੰਦੇ ਵੀ ਜਿਹੜਾ ਖੋਜਦਾ, ਖੋਜ ਕੇ ਬੁੱਝ ਕੇ ਵਿਚਾਰ ਕਰਦਾ, ਉਹ ਫਿਰ ਭਵ ਜਲ ਤੋਂ ਤਰਨ ਲੱਗੇ ਉਹਨੂੰ ਦੇਰ ਨਹੀਂ ਲੱਗਦੀ, ਕਿਉਂਕਿ ਉਹਨੂੰ ਭੇਤ ਆ ਜਾਂਦਾ, ਉਹਨੂੰ ਸਮਝ ਲੱਗ ਜਾਂਦੀ ਹੈ। ਇਸ ਵਾਸਤੇ ਹੁਣ ਆਪਾਂ ਵੀ ਇਹ ਖੋਜਣਾ ਵੀ ਉਹ ਕਿਹੜਾ ਘਰ ਹੈ ਜਿੱਥੇ ਜਾ ਕੇ ਅਸੀਂ ਜੀਵਨ ਮੁਕਤ ਹੋ ਜਾਂਦੇ, ਸਾਨੂੰ ਦੁਬਾਰਾ ਨਹੀਂ ਆਉਣਾ ਪੈਂਦਾ। ਉਹ ਆਪਾਂ ਘਰ ਦੀ ਖੋਜ ਕਰਨੀ ਹੈ। ਸੋ ਜਦੋਂ ਖੋਜੀ ਬਣ ਕੇ ਆਪਾਂ ਚੱਲਾਂਗੇ, ਸਾਡਾ ਮਨ ਪਾਸੇ ਨਹੀਂ ਜਾਏਗਾ। ਗੁਰਬਾਣੀ ਗੁਰੂ ਨੂੰ ਪੜ੍ਹਦੇ ਫਿਰ ਮਨ ਪਾਸੇ ਨਹੀਂ ਜਾਂਦਾ। ਸੋ ਇਸੇ ਕਰਕੇ ਫਿਰ ਆਪਾਂ ਸੰਗਤ ਕਰਦੇ ਹਾਂ। ਜੇ ਤਾਂ ਆਪਾਂ ਨੂੰ ਖੋਜ ਕੇ ਪਤਾ ਲੱਗ ਗਿਆ ਠੀਕ ਹੈ, ਨਹੀਂ ਪਤਾ ਲੱਗਦਾ ਫਿਰ ਆਪਾਂ ਪੁੱਛਣਾ ਹੁੰਦਾ, ਇੱਕ ਦੂਸਰੇ ਨਾਲ ਵਿਚਾਰ ਕਰਨੀ ਹੁੰਦੀ ਹੈ। ਇਹਦੇ ਵਿੱਚ ਸੰਗਤ ਦੇ ਜਦੋਂ ਆਪਾਂ ਇਕੱਤਰ ਹੁੰਦੇ ਆ, ਆਪਾਂ ਲੋਕ ਲੱਜਾ ਤੋਂ ਉੱਪਰ ਉੱਠ ਜਾਣਾ ਹੁੰਦਾ। ਆਪਾਂ ਇਹ ਨਹੀਂ ਕਰਨਾ ਲੋਕ ਲੱਜਾ ਵੀ ਅਸੀਂ ਇੱਕ ਦੂਸਰੇ ਨਾਲ ਵਿਚਾਰ ਨਾ ਕਰੀਏ, ਅਸੀਂ ਪੁੱਛੀਏ ਨਾ। ਇੱਕ ਦੂਸਰੇ ਨਾਲ ਵਿਚਾਰ ਕਰਿਆ ਕਰੋ ਤਾਂ ਕਿ ਜਿੱਥੋਂ ਸਾਨੂੰ ਨਹੀਂ ਸਮਝ ਲੱਗਦੀ ਉੱਥੋਂ ਆਪਾਂ ਨੂੰ ਹੋਰ ਸਮਝ ਲੱਗ ਜੇ, ਅਤੇ ਜਿੱਥੋਂ ਨਹੀਂ ਪਤਾ ਲੱਗਦਾ ਆਪਾਂ ਫਿਰ ਉੱਥੋਂ ਪੁੱਛ ਲੈਣਾ। ਗੁਰਬਾਣੀ ਗੁਰੂ ਤੋਂ ਆਪਾਂ ਜਿੰਨੀ ਵਾਰ ਪੁੱਛਾਂਗੇ ਵਾਰ-ਵਾਰ ਆਪਾਂ ਨੂੰ ਦੱਸੀ ਜਾਣਗੇ। ਸੋ ਇਸ ਵਾਸਤੇ ਹੁਣ ਆਪਾਂ ਸਾਰਿਆਂ ਨੇ
ਵੱਧ ਤੋਂ ਵੱਧ ਸੇਵਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਆਪਣੇ ਘਰ ਦੀ ਖੋਜ ਕਰਨੀ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਣੇ ਜੀਵਨ ਦਾ ਅਸਲ ਮਕਸਦ ਹੈ ਮਾਲਕ ਨਾਲ ਮਿਲਾਪ ਕਰਨਾ, ਆਪਣੇ ਘਰ ਦੀ ਖੋਜ ਕਰਨੀ, ਮਾਲਕ ਦੇ ਨਾਲ ਕਿਵੇਂ ਅਸੀਂ ਉਹਦੇ ਵਿੱਚ ਲੀਨ ਹੋਣਾ, ਇਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਅਤੇ ਸਰਲ ਕਰਕੇ ਸਮਝਾਇਆ। ਸੋ ਆਪਾਂ ਵੀ ਜੇ ਹੁਣ ਇਹ ਜੋ ਗਿਆਨ ਇਹ ਵਾਰ-ਵਾਰ ਆਪਾਂ ਦ੍ਰਿੜ ਕਰਦੇ ਹਾਂ, ਜੇ ਆਪਣੇ ਹਿਰਦੇ 'ਚ ਵਸ ਗਿਆ, ਸਾਨੂੰ ਸਮਝ ਲੱਗ ਗਈ, ਅਤੇ ਫਿਰ ਆਪਾਂ ਨੂੰ ਜਿਹੜਾ ਮਾਲਕ ਨੂੰ ਮਿਲਣ ਦੇ ਵਿੱਚ ਫਿਰ ਜ਼ਿਆਦਾ ਦੇਰ ਨਹੀਂ ਲੱਗਦੀ ਹੈ, ਕਿਉਂਕਿ ਆਪਾਂ ਨੂੰ ਸਮਝਾਇਆ ਵੀ ਢਿੱਲ ਤਾਂ ਹੈ ਹੀ ਨਹੀਂ, ਮਿਲਦਿਆਂ ਢਿੱਲ ਨਾ ਹੋ ਗਈ, ਜੇ ਨੀਅਤ ਰਾਸ ਕਰੇ, ਸਿਰਫ ਸਾਡੀ ਤਿਆਰੀ ਹੋਵੇ, ਅਸੀਂ ਤਿਆਰ ਹੋਈਏ, ਸਾਡਾ ਮਨ ਹੀ ਤਿਆਰ ਨਹੀਂ ਹੈ ਮਿਲਣ ਵਾਸਤੇ, ਤਾਂਹੀਓ ਸਮਾਂ ਲੱਗਦਾ ਹੈ, ਤਾਂਹੀਓ ਸਾਨੂੰ ਸਿਮਰਨ ਕਰਨਾ ਪੈਂਦਾ ਜ਼ਿਆਦਾ। ਜਦੋਂ ਅਸੀਂ ਇੱਕ ਚਿੱਤ ਹੋਵੇ ਅਤੇ ਫਿਰ ਤਾਂ ਸਮਾਂ ਲੱਗਣਾ ਹੀ ਨਹੀਂ ਹੈ। ਇਸ ਵਾਸਤੇ ਆਪਾਂ ਫਿਰ ਇਹ ਵੱਧ ਤੋਂ ਵੱਧ ਸੰਗਤ ਕਰਕੇ ਇੱਕ ਮਨ ਇੱਕ ਚਿੱਤ ਹੋਣਾ, ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।